ਹੁਣ ਅਸੀਂ ਪੜ੍ਹਨ ਜਾ ਰਹੇ ਹਾਂ 7ਵੀਂ ਜਮਾਤ ਗਣਿਤ ਦਾ ਅਭਿਆਸ 5.1। ਅਭਿਆਸ ਦਾ ਨਾਮ ਹੈ ਜੀ ਰੇਖਾਵਾਂ ਅਤੇ ਕੋਣ। ਪਿਛਲੀਆਂ ਜਮਾਤਾਂ ਦੇ ਵਿੱਚ ਅਸੀਂ ਬਿੰਦੂ, ਰੇਖਾਖੰਡ, ਰੇਖਾ, ਕਿਰਨ ਅਤੇ ਕੋਣਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਲਈ ਸੀ। ਤਾਂ ਹੁਣ ਅਸੀਂ ਕੋਣ ਅਤੇ ਉਸਦੇ ਵੱਖ-ਵੱਖ ਰੇਖਾਵਾਂ ਨਾਲ ਬਣਾਏ ਸੰਬੰਧਾਂ ਦੇ ਆਧਾਰਿਤ ਕੁਝ ਚੀਜ਼ਾਂ ਸਿੱਖਾਂਗੇ। ਦੇਖੋ, ਸਭ ਤੋਂ ਪਹਿਲਾ ਨੋਟ, ਮਾਪ ਦੇ ਆਧਾਰ ਉੱਤੇ ਕੋਣ ਦੀਆਂ ਕਿਸਮਾਂ। ਇਹ ਤੁਹਾਡਾ ਪਹਿਲਾ ਨੋਟ ਹੈ, ਮਾਪ ਦੇ ਆਧਾਰ ਉੱਤੇ ਕੋਣ ਦੀਆਂ ਕਿਸਮਾਂ। ਨੰਬਰ 1, ਸਭ ਤੋਂ ਪਹਿਲਾਂ ਜੀ ਸਿਫਰ ਕੋਣ। ਜਿਹੜੇ ਕੋਣ ਦਾ ਮੁੱਲ ਹੋਵੇ 0 ਡਿਗਰੀ ਉਹਨੂੰ ਬੋਲਦੇ ਜੀ ਸਿਫਰ ਕੋਣ। ਇਹਨੂੰ ਕਿਸ ਤਰ੍ਹਾਂ ਦਰਸਾ ਸਕਦੇ ਹਾਂ? ਦੇਖੋ, ਇੱਕ ਕਿਰਨ ਹੈ ਜੀ OA, ਕਿਰਨ ਉੱਥੇ ਦੀ ਉੱਥੇ ਹੀ ਰਹਿ ਜੇ, ਯਾਨੀ ਕਿ ਇੱਥੇ ਕੋਈ ਕੋਣ ਹੀ ਨਹੀਂ ਬਣਿਆ, ਤਾਂ ਇਸ ਨੂੰ ਅਸੀਂ ਕਹਾਂਗੇ ਜੀ ਸਿਫਰ ਕੋਣ। ਯਾਨੀ ਕਿ ਕੋਈ ਕੋਣ ਨਹੀਂ ਬਣਿਆ। ਜਿਹੜੀ ਕੋਣ ਬਣਾਉਣ ਵਾਲੀ ਦੂਸਰੀ ਹੈ ਕਿਰਨ, ਉਹ ਬਿਲਕੁਲ ਇਹਦੇ ਉੱਤੇ ਹੀ ਸਥਿਤ ਹੈ। ਆ ਡਾਟਡ ਲਾਈਨ ਦੇ ਰੂਪ 'ਚ ਦਿਖਾ ਦਿੰਦੇ ਹਾਂ OB, ਇਹਨਾਂ 'ਚ ਕੋਈ ਕੋਣ ਨਹੀਂ ਬਣਿਆ, ਤਾਂ ਕੋਣ ਹੋ ਗਿਆ ਜੀ ਸਿਫਰ ਕੋਣ। ਦੂਸਰੇ ਨੰਬਰ 'ਤੇ ਜਿਹੜੇ ਕੋਣ ਦਾ ਮੁੱਲ 0 ਡਿਗਰੀ ਤੋਂ ਵੱਡਾ ਹੋਵੇ ਪਰ 90 ਡਿਗਰੀ ਤੋਂ ਘੱਟ ਹੋਵੇ, ਤਾਂ ਉਸ ਨੂੰ ਅਸੀਂ ਬੋਲਦੇ ਹਾਂ ਜੀ, ਇੰਗਲਿਸ਼ ਵਿੱਚ ਬੋਲਦੇ ਹੈ ਐਕਿਊਟ ਐਂਗਲ, ਪੰਜਾਬੀ ਵਿੱਚ ਬੋਲਦੇ ਹੈ ਨਿਊਨ ਕੋਣ। ਨਿਊਨ ਹਿੰਦੀ ਦਾ ਸ਼ਬਦ ਹੈ ਜਿਹਦਾ ਮਤਲਬ ਹੁੰਦਾ ਘੱਟ। ਨਿਊਨ ਕੋਣ, ਇਹਦਾ ਮਾਪ ਅਸੀਂ ਇਸ ਤਰ੍ਹਾਂ ਦਰਸਾ ਸਕਦੇ ਹਾਂ। OA ਇੱਕ ਕਿਰਨ OB, ਤਾਂ ਇਹਨਾਂ ਦੇ ਵਿਚਕਾਰ ਆ 90 ਡਿਗਰੀ ਤੋਂ ਘੱਟ ਬਣ ਰਿਹਾ ਜੀ ਕੋਣ, ਇਹ ਹੋਏਗਾ ਜੀ ਨਿਊਨ ਕੋਣ। ਨੰਬਰ 3, ਸਮਕੋਣ। ਜਿਹੜੇ ਕੋਣ ਦਾ ਮਾਪ ਸਹੀ 90 ਡਿਗਰੀ ਦੇ ਬਰਾਬਰ ਹੋ ਜੇ, ਜਿਸ ਤਰ੍ਹਾਂ ਇੱਥੇ ਕਹਿੰਦੇ ਹਾਂ ਜੀ ਅਸੀਂ ਕੋਣ 90 ਡਿਗਰੀ ਦਾ ਬਣ ਗਿਆ OP, ਅਤੇ ਇੱਥੇ Q, ਬਿੰਦੂ O ਦੇ ਉੱਤੇ ਕੋਣ ਬਣਿਆ ਜੀ 90 ਡਿਗਰੀ ਦਾ। ਜੋ ਇਹ ਨਿਸ਼ਾਨ ਲਗਾਇਆ ਆਪਾਂ, ਇਹ ਕੁਰਸੀ ਵਰਗਾ ਦੇਖਣ 'ਚ ਨਿਸ਼ਾਨ ਲੱਗ ਰਿਹਾ। ਇਸ ਨਿਸ਼ਾਨ ਦਾ ਮਤਲਬ ਹੈ ਜੀ ਲੰਬ, ਯਾਨੀ ਕਿ OQ ਕਿਰਨ OP ਦੇ ਉੱਤੇ ਲੰਬ ਹੈ। ਲੰਬ ਹੈ ਤਾਂ ਯਾਨੀ ਕਿ ਇਹਨਾਂ ਵਿਚਕਾਰ 90 ਡਿਗਰੀ ਦਾ ਕੋਣ ਬਣਦਾ ਹੈ। ਇਸ ਨਿਸ਼ਾਨ ਦਾ ਮਤਲਬ ਹੀ ਹੈ 90 ਡਿਗਰੀ ਦੀ ਪੇਸ਼ਕਾਰੀ। ਚੌਥਾ, ਜਿਹੜੇ ਕੋਣ ਦਾ ਮਾਪ 90 ਡਿਗਰੀ ਤੋਂ ਵੱਧ ਹੋਵੇ ਪਰ 180 ਡਿਗਰੀ ਤੋਂ ਘੱਟ ਹੋਵੇ, ਉਸ ਨੂੰ ਕਹਿੰਦੇ ਆ ਜੀ ਅਧਿਕ ਕੋਣ। ਇਸ ਤਰੀਕੇ ਨਾਲ ਦਰਸਾਇਆ ਜਾ ਸਕਦਾ ਜੀ ਅਧਿਕ ਕੋਣ ਨੂੰ। ਮੰਨ ਲਓ ਬਿੰਦੂ A ਉੱਤੇ ਹੈ B ਅਤੇ C। ਇਸੇ ਤਰੀਕੇ ਨਾਲ ਜਿਹੜੇ ਕੋਣ ਦਾ ਮਾਪ ਬਿਲਕੁਲ ਸਹੀ 180 ਡਿਗਰੀ ਦੇ ਬਰਾਬਰ ਆ ਜਾਵੇ, ਉਸ ਨੂੰ ਕਹਿੰਦੇ ਆ ਜੀ ਸਰਲ ਕੋਣ। ਇਹਦੀ ਸ਼ਕਲ ਇਸ ਤਰ੍ਹਾਂ ਬਣੇਗੀ। ਦੇਖੋ, ਇੱਕ ਕਿਰਨ ਹੈ ਜੀ OA, ਉਹਦੇ ਉੱਤੇ ਦੂਸਰੀ ਕਿਰਨ OB ਬਿਲਕੁਲ ਇੱਕੋ ਸੇਧ ਦੇ ਵਿੱਚ ਆ ਜਾਂਦੀ ਹੈ, ਤਾਂ ਇਹ ਕੋਣ ਬਣਦਾ ਜੀ 180 ਡਿਗਰੀ ਦਾ। ਇਹਨੂੰ ਬੋਲਦੇ ਆ ਜੀ ਸਰਲ ਕੋਣ। ਜਿਹੜਾ ਕੋਣ 180 ਡਿਗਰੀ ਤੋਂ ਵੱਡਾ ਹੋਵੇ ਪਰ 360 ਡਿਗਰੀ ਤੋਂ ਛੋਟਾ ਹੋਵੇ, ਉਸ ਦਾ ਨਾਮ ਹੁੰਦਾ ਜੀ ਰਿਫਲੈਕਸ ਕੋਣ। ਇੰਗਲਿਸ਼ ਵਿੱਚ ਵੀ ਇਸ ਨੂੰ ਰਿਫਲੈਕਸ ਕੋਣ ਹੀ ਬੋਲਿਆ ਜਾਂਦਾ ਹੈ। ਇਹਦਾ ਚਿੱਤਰ ਅਸੀਂ ਇਸ ਤਰ੍ਹਾਂ ਬਣਾ ਸਕਦੇ ਹਾਂ। ਮੰਨ ਲਓ P ਅਤੇ Q ਇੱਕ ਕਿਰਨ ਹੈ, ਉਹਦੇ ਨਾਲ ਕੋਈ ਇੱਕ ਹੋਰ ਕਿਰਨ PR, ਇਹ ਕੋਣ ਬਣਾ ਰਹੀ ਹੈ ਜੀ ਜਿਹੜਾ 180 ਡਿਗਰੀ ਤੋਂ ਵੱਡਾ ਹੈ, ਤਾਂ ਇਸ ਨੂੰ ਅਸੀਂ ਕਹਾਂਗੇ ਜੀ ਰਿਫਲੈਕਸ ਕੋਣ। ਉਸ ਤੋਂ ਬਾਅਦ ਜਦੋਂ ਇੱਕ ਕਿਰਨ ਦੇ ਨਾਲ ਦੂਸਰੀ ਕਿਰਨ ਘੁੰਮ ਕੇ ਇੱਕ ਚੱਕਰ ਪੂਰਾ ਕਰ ਲਵੇ, ਮੰਨ ਲਓ ਜੀ ਤੁਸੀਂ ਇਸ ਬਿੰਦੂ 'ਤੇ ਰੁਕੇ ਹੋਏ ਹੋ, ਬਿੰਦੂ OA, ਇੱਕ ਕਿਰਨ ਇੱਥੋਂ ਚੱਲੀ ਹੈ OA ਤੋਂ, ਉਹ ਘੁੰਮ ਕੇ ਇੱਕ ਚੱਕਰ ਪੂਰਾ ਕਰਕੇ ਵਾਪਸ ਆ ਗਈ, ਇਹ ਸਾਰਾ ਕੋਣ ਆਵਲਾ।
एक चक्कर पूरा कर लिया गया। ये कोण का माप बनता जी 360 डिग्री और इसका नाम है पूरक कोण। इंग्लिश में बोलते हैं जी कंप्लीट एंगल, पूरक कोण। एक गल याद रखनी है, हमेशा घड़ी की सूई की उल्टी दिशा विच, यानी कि कोण बनाने वाली जिहड़ी किरण है घड़ी की सूई की उल्टी दिशा विच घुमानी है, इसनूं बोलदी है जी कोण की पॉजिटिव डायरैक्शन। तो असी हुण माप के आधार पर कोणों दीयां 7 किस्मां पढ़ लियां। जदों कोण बनिया जी 0 डिग्री तो असी उसनूं बोलिया जी सिफर कोण। जिहड़े कोण का मुल सिफर तो वध पर 90 तो घट है न्यून कोण। 90 डिग्री के कोण नूं बोलिया जी समकोण। जिहड़ा कोण 90 डिग्री तो वध जाए माप पर 180 डिग्री तो घट होवे अधिक कोण। तो जिहड़ा कोण 180 डिग्री का उहनूं बोलिया जांदा जी सरल कोण। देखो सरल कोण के केस दे विच रेखा बिल्कुल सीधी बन जाती है। रिफ्लैक्स कोण, जिहड़ा कोण 180 डिग्री तो वध मापदा होवे पर 360 डिग्री तो घट होवे उसनूं बोलिया जांदा जी रिफ्लैक्स कोण। ते जिहड़ा कोण पूरा 360 डिग्री का चक्कर पूरा करके बन रहा है उसनूं बोलदे आ जी पूरक कोण। ये तां सी माप के आधार उत्ते कोणां दीयां किस्मां। हुण की हुंदा जी, कई वारी कोण कल्ला नहीं दित्ता हुंदा, सानूं जोड़े दे विच दित्ता हुंदा है। जिस तरह 2 कोण दिते हुंदे आ, आओ आपां उस तरह के कोणां बारे भी पता करिए। तो तुहाडा दूसरा नोट है कोणां दे जोड़े जां 2 कोणां विच संबंधां उत्ते आधारित कोण दीयां किस्मां। सब तो पहली किस्म है जी पूरक कोण। ਜਿਹੜੇ भी 2 कोणां का जोड़ 90 डिग्री हो गया उन्हां नूं असीं कहने आ जी पूरक कोण। ਜਿਹੜੇ 2 कोणां का जोड़ 90 डिग्री होवे, जिस तरह देखो मान लो जी एक कोण मैं बनाया 60 डिग्री, दूसरा कोण है जी 30 डिग्री। इत्थे नोट करो 60 डिग्री 30 डिग्री जोड़िया जी, जोड़ बन गया 90 डिग्री। तो ये पूरक कोण की उदाहरण है। इस तरीके नाल 0 डिग्री तो 90 डिग्री पूरक कोणां का जोड़ा है, जोड़ बनता जी 90। 45 डिग्री तो 45 डिग्री पूरक कोणां का जोड़ा है, जोड़ बनता जी 90। इस तरह 30 तो 60 डिग्री पूरक कोणां का जोड़ा है, जोड़ बनता है 90। दूसरा नोट संपूरक कोण। ਜਿਹੜੇ 2 कोणां का जोड़ 180 डिग्री होवे उन्हां नूं असीं संपूरक कोण कहने आ। ਜਿਹੜੇ 2 कोणां का जोड़ 180 डिग्री होवे, जिस तरह 0 डिग्री तो 180 डिग्री जोड़ देख लो, दोहां का 180 बनेगा। 90 डिग्री तो 90 डिग्री जोड़ 180 बनेगा। इस तरीके नाल 30 डिग्री तो 150 डिग्री जोड़ बनेगा जी 180 डिग्री। देखो एक उदाहरण दे दिंदे आ इस तरह की। मान लो जी आ 30 डिग्री का कोण है तो यह है जी 150 डिग्री का कोण। तो ये कोण की है जी, ये दोहें संपूरक है। जरूरी नहीं ये नाल नाल ही जुड़े होणगे, इस तरीके नाल भी बनाए जा सकते हैं। एक कोण इधर आ गया जी जिवें 150 डिग्री का कोण, दूसरा कोण होर पासे बना दिंदे आ असीं इस तरीके नाल 30 डिग्री का कोण। मतलब एक कोणां दे जोड़ ते आधारित गल है। इस तरीके नाल जदों पूरक कोण आपां बनाने आ तां पूरक कोण जुड़े भी हो सकते हैं तो वक्खो वक्खरे भी हो सकते हैं। जिवें 45 डिग्री का कोण इधर तो 45 का इधर, उस तां सिर्फ आपां जोड़ करके देखना हुंदा है। जे जोड़ 90 है तो वह पूरक कोण होणगे, जे जोड़ 90 नहीं तो पूरक कोण नहीं होणगे। इस गल नाल सानूं कोई मतलब नहीं कि कोण इक्को बिंदु तो बनन चाहे वक्खो वक्खरे बिंदुआं ते बनन। इस तरीके नाल जदों संपूरक कोण देखने हैं, हो सकता है दोहें संपूरक कोणां का जोड़ा इक्को बिंदु ते बन रहा है, हो सकता है दोहें संपूरक कोणां का जोड़ा वक्खो वक्खरे बिंदुआं ते बनया होवे। तीसरी किस्म लागवें कोण।
ਲਾਗਵੇਂ ਦਾ ਮਤਲਬ ਹੁੰਦਾ ਹੈ ਜਿਹੜੇ ਕੋਣ ਨਾਲ ਹੋਣ, ਨਾਲ ਲੱਗਵੇਂ ਹੋਣ। ਇਹਨਾਂ ਨੂੰ ਇੰਗਲਿਸ਼ ਵਿੱਚ ਬੋਲਦੇ ਹੈ ਐਡਜੈਸੈਂਟ ਐਂਗਲਸ। ਐਡਜੈਸੈਂਟ ਮਤਲਬ ਨਾਲ, ਜਿਨ੍ਹਾਂ ਦੋ ਕੋਣਾਂ 'ਚ ਹੋਰ ਕੋਈ ਤੀਸਰਾ ਕੋਣ ਨਾ ਦਿੱਤਾ ਹੋਵੇ। ਅਤੇ ਪੂਰਕ ਕੋਣਾਂ ਨੂੰ ਬੋਲਦੇ ਆ ਜੀ ਕੰਪਲੀਮੈਂਟਰੀ ਐਂਗਲਸ। ਕੰਪਲੀਮੈਂਟਰੀ ਐਂਗਲਸ। ਇਸੇ ਤਰੀਕੇ ਨਾਲ ਸੰਪੂਰਕ ਕੋਣਾਂ ਨੂੰ ਬੋਲਦੇ ਆ ਸਪਲੀਮੈਂਟਰੀ ਐਂਗਲਸ। ਲੋ ਹੁਣ ਲਾਗਵੇਂ ਕੋਣਾਂ ਬਾਰੇ ਤਿੰਨ ਗੱਲਾਂ ਤੁਸੀਂ ਯਾਦ ਰੱਖਣੀਆਂ। ਪਹਿਲੀ ਸ਼ਰਤ ਕਿ ਦੋਹੇ ਕੋਣ ਇੱਕੋ ਬਿੰਦੂ ਤੋਂ ਸ਼ੁਰੂ ਹੁੰਦੇ ਆ, ਦੋਹੇ ਕੋਣ ਇੱਕੋ ਬਿੰਦੂ ਉੱਤੇ ਬਣੇ ਹੁੰਦੇ ਆ। ਜਿਵੇਂ ਮੰਨ ਲਓ ਜੀ ਪਹਿਲਾ ਕੋਣ ਲਿਆ ਮੈਂ AOB, ਦੂਸਰਾ ਕੋਣ ਲਿਆ BOC, ਤਾਂ ਹੁਣ ਉਹਨਾਂ ਦਾ ਜਿਹੜਾ ਸਿਖਰ ਹੈ ਉਹ ਸਾਂਝਾ ਹੈ, ਇੱਕੋ ਬਿੰਦੂ ਦੇ ਉੱਤੇ ਕੋਣ ਬਣੇ ਹੋਏ ਆ ਦੋਨੇ। ਤਾਂ ਲਿਖ ਦਿੰਦਾ ਮੈਂ ਇੱਕ ਸਾਂਝਾ ਸਿਖਰ। ਇਹ ਪਹਿਲੀ ਸ਼ਰਤ ਹੈ ਜੀ, ਉਹਨਾਂ ਲਾਗਵੇਂ ਕੋਣਾਂ ਦਾ ਸਿਖਰ ਸਾਂਝਾ ਹੋਣਾ ਚਾਹੀਦਾ। ਅਤੇ ਇੱਕ ਸਾਂਝੀ ਭੁਜਾ ਹੋਣੀ ਵੀ ਜ਼ਰੂਰੀ ਹੈ, ਇਹ ਦੂਸਰੀ ਸ਼ਰਤ ਹੈ। ਇੱਕ ਭੁਜਾ ਸਾਂਝੀ, ਕੋਣ ਬਣਾਉਣ ਵਾਲੀ ਇੱਕ ਭੁਜਾ ਸਾਂਝੀ। ਇੱਥੇ ਲਿਖ ਦਿੰਦਾ ਕੋਣ ਬਣਾਉਣ ਵਾਲੀ ਇੱਕ ਭੁਜਾ ਸਾਂਝੀ ਹੋਵੇ। ਅੱਛਾ, ਹੁਣ ਤੀਸਰੀ ਸ਼ਰਤ ਕੀ ਹੈ? ਦੇਖੋ ਜਦੋਂ ਵੀ ਕੋਣ ਬਣਦਾ ਹੈ ਤਾਂ ਉਹਦੀਆਂ ਦੋ ਭੁਜਾਵਾਂ ਹੁੰਦੀਆਂ। ਜਿਸ ਤਰ੍ਹਾਂ ਆਹ ਕੋਣ ਬਣਿਆ ਸੀ, ਇਹਦੀਆਂ ਦੋ ਭੁਜਾਵਾਂ ਸੀ, ਉੱਪਰ ਅਤੇ ਥੱਲੇ। ਇਸ ਕੇਸ ਦੇ ਵਿੱਚ ਵੀ ਹੇਠਾਂ AOB ਕੋਣ ਦੀਆਂ ਦੋ ਭੁਜਾਵਾਂ, ਤਾਂ ਇੱਕ ਭੁਜਾ ਤਾਂ ਉਹਦੀ ਸਾਂਝੀ ਹੋਗੀ ਦੂਸਰੇ ਕੋਣ BOC ਦੇ ਨਾਲ। ਤਾਂ ਜਿਹੜੀ ਭੁਜਾ ਸਾਂਝੀ ਨਹੀਂ ਹੈ, ਯਾਨੀ ਕਿ OA ਅਤੇ OC, ਉਹ ਦੋਹੇ ਸਾਂਝੀ ਭੁਜਾ ਦੇ ਉਲਟ ਦਿਸ਼ਾਵਾਂ 'ਚ ਹੋਣ। ਇਹ ਤੀਜੀ ਕੰਡੀਸ਼ਨ ਹੈ। ਤੁਹਾਡੀ ਪਹਿਲੀ ਕੰਡੀਸ਼ਨ ਆ ਗਈ, ਦੂਜੀ ਕੰਡੀਸ਼ਨ ਆ ਗਈ, ਅਤੇ ਹੁਣ ਤੀਸਰੀ ਕੰਡੀਸ਼ਨ ਕੀ ਹੈ? ਜਿਹੜੀਆਂ ਭੁਜਾਵਾਂ ਸਾਂਝੀਆਂ ਨਹੀਂ, ਉਹ ਸਾਂਝੀ ਭੁਜਾ ਦੀਆਂ ਉਲਟ ਦਿਸ਼ਾਵਾਂ ਵਿੱਚ ਹੋਣ। ਕਿਹੜੀ ਭੁਜਾ ਦੀ ਗੱਲ ਕਰ ਰਿਹਾ ਜੀ ਮੈਂ? ਇੱਕ ਇਸ ਭੁਜਾ ਦੀ ਅਤੇ ਇੱਕ ਇਸ ਭੁਜਾ ਦੀ। ਆਹ ਭੁਜਾਵਾਂ ਸਾਂਝੀਆਂ ਨਹੀਂ ਹੈ, ਆਹ ਦੋ OA ਅਤੇ OC। ਤਾਂ ਇਹ ਤੁਹਾਡੀ ਤੀਜੀ ਕੰਡੀਸ਼ਨ ਹੈ। ਹੁਣ ਇਸ ਤੀਜੀ ਕੰਡੀਸ਼ਨ ਦਾ ਫਾਇਦਾ ਦੇਖੋ ਤੁਹਾਨੂੰ ਕੀ ਹੋਏਗਾ। ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਮੈਂ ਇੱਕ ਕੋਣ ਬਣਾਇਆ ਜੀ, ਆ ਲਓ ABC, ਅਤੇ ਦੂਸਰਾ ਕੋਣ ਹੈ ਜੀ BCD। ਹੁਣ ਦੱਸੋ ਇਹ ਕੋਣ ਲਾਗਵੇਂ ਹੈ? ਬਿਲਕੁਲ ਠੀਕ, ਲਾਗਵੇਂ ਨਹੀਂ। ਕਿਉਂ? ਕਿਉਂਕਿ ਜਿਹੜਾ ABC ਕੋਣ ਹੈ ਉਹਦਾ ਸਿਖਰ ਹੈ ਜੀ B, ਇਹਦਾ ਸਿਖਰ ਹੈ C। ਸਿਖਰ B ਅਤੇ ਇਹਦਾ ਸਿਖਰ C, ਦੋਵਾਂ ਦੇ ਪਹਿਲੀ ਸ਼ਰਤ ਸੀ ਸਾਡੀ ਸਿਖਰ ਸਾਂਝੇ ਹੋਣ, ਤਾਂ ਦੋਵਾਂ ਦੇ ਸਿਖਰ ਵੱਖ-ਵੱਖ ਹਨ। ਇਸ ਕਰਕੇ ਕੋਣ ਲਾਗਵੇਂ ਨਹੀਂ ਹਨ। ਤਾਂ ਇਹ ਕੰਡੀਸ਼ਨ ਤੁਸੀਂ ਸਪੈਸ਼ਲ ਤੌਰ 'ਤੇ ਯਾਦ ਰੱਖ ਲੈਣੀ ਹੈ। ਆਓ ਇੱਕ ਹੋਰ ਕੰਡੀਸ਼ਨ ਇਸ ਦੇ ਆਧਾਰ ਤੁਹਾਨੂੰ ਦੱਸਦਾ। ਮੰਨ ਲਓ ਜੀ ਇੱਕ ਕੋਣ ਬਣ ਰਿਹਾ ਮੇਰਾ AB ਅਤੇ C, ਅਤੇ ਦੂਸਰਾ ਕੋਣ ਇਹਦੇ ਵਿੱਚ ਹੀ ਮਰਜ ਕਰਨ ਜਾ ਰਿਹਾ, ਵਿੱਚ ਹੀ ਜੋੜਨ ਜਾ ਰਿਹਾ। ਆ ਲਓ ਇੱਥੇ ਬਿਲਕੁਲ AB ਅਤੇ ਇੱਥੇ D, ਦੂਸਰਾ ਕੋਣ ਬਣ ਗਿਆ ਜੀ ਆਹ ਵਾਲਾ। ਹੁਣ ਇਹਨਾਂ ਦਾ ਸਿਖਰ ਤਾਂ ਸਾਂਝਾ ਹੈ, ਪਹਿਲੀ ਸ਼ਰਤ ਤਾਂ ਪੂਰੀ ਹੈ, ਸਿਖਰ ਸਾਂਝਾ। ਦੂਜੀ ਸ਼ਰਤ ਵੀ ਪੂਰੀ ਹੈ, ਇੱਕ ਭੁਜਾ ਸਾਂਝੀ। ਹੁਣ ਤੀਜੀ ਸ਼ਰਤ ਕਿਹੜੀ ਸੀ? ਤੀਸਰੀ ਸ਼ਰਤ
ਬਈ ਜਿਹੜੀਆਂ ਭੁਜਾਵਾਂ ਸਾਂਝੀਆਂ ਨਹੀਂ, ਆਹ ਦੇਖੋ BC ਤੇ BD ਇਹ ਸਾਂਝੀਆਂ ਭੁਜਾਵਾਂ ਨਹੀਂ ਹੈ, ਇਹ ਸਾਂਝੀ ਭੁਜਾ ਦੇ ਉਲਟ ਦਿਸ਼ਾਵਾਂ 'ਚ ਹੋਣੀਆਂ ਚਾਹੀਦੀਆਂ। ਯਾਨੀ ਕਿ ਜੇ ਇੱਕ ਉੱਪਰ ਹੈ ਤਾਂ ਦੂਜੀ ਥੱਲੇ ਹੋਣੀ ਚਾਹੀਦੀ ਹੈ, ਪਰ ਇੱਥੇ ਕੀ ਹੋ ਰਿਹਾ, ਦੋਨੇ ਭੁਜਾਵਾਂ ਸਾਂਝੀ ਭੁਜਾ ਦੇ ਇੱਕੋ ਪਾਸੇ ਹੈ। ਲਿਖ ਦਿੰਦੇ ਹਾਂ, ਜਿਹੜੀਆਂ ਭੁਜਾਵਾਂ ਸਾਂਝੀਆਂ ਨਹੀਂ, ਕਿਹੜੀਆਂ ਕਿਹੜੀਆਂ ਜੀ, BC ਤੇ BD ਆਹ ਦੋ ਭੁਜਾਵਾਂ ਸਾਂਝੀਆਂ ਨਹੀਂ। ਇਹ ਸਾਂਝੀ ਭੁਜਾ BA ਦੇ ਇੱਕੋ ਪਾਸੇ ਬਣੀਆਂ ਹਨ, ਭਾਵ ਉਲਟ ਪਾਸੇ ਨਹੀਂ ਬਣੀਆਂ। ਇਸ ਕਰਕੇ ਇਹ ਕੋਣ ਲਾਗਵੇਂ ਨਹੀਂ ਹਨ। ਇਸ ਕਰਕੇ ਕੋਣ ਲਾਗਵੇਂ ਨਹੀਂ, ਆਹ ਗੱਲ ਨੋਟ ਰੱਖਣੀ ਹੈ ਬਈ ਤੀਸਰੀ ਕੰਡੀਸ਼ਨ ਪੂਰੀ ਨਹੀਂ ਹੋਈ। ਆਹ ਸਭ ਤੋਂ ਮੇਨ ਗੱਲ ਹੈ ਜੀ ਕਿ ਕੋਣ ਲਾਗਵੇਂ ਕਿਉਂ ਨਹੀਂ ਬਣੇ। ਆਓ ਅੱਗੇ ਅਸੀਂ ਚੌਥੀ ਕਿਸਮ ਪੜ੍ਹ ਕੇ ਦੇਖਦੇ ਹਾਂ। ਤਾਂ ਚੌਥੀ ਕਿਸਮ ਦੇ ਵਿੱਚ ਕੀ ਹੁੰਦਾ ਜੀ, ਕੋਈ ਵੀ ਦੋ ਕੋਣ ਜਿਹੜੇ ਲਾਗਵੇਂ ਹੋਣ ਤੇ ਇੱਕੋ ਸਰਲ ਰੇਖਾ ਦੇ ਉੱਤੇ ਸਥਿਤ ਹੋਣ। ਜਿਸ ਤਰ੍ਹਾਂ BOC ਕੋਣ ਤੇ AOC, ਇਹ ਦੋਹੇ ਕੋਣ ਲਾਗਵੇਂ ਕੋਣ ਹੈ ਤੇ ਇੱਕੋ ਸਰਲ ਰੇਖਾ ਦੇ ਉੱਤੇ ਸਥਿਤ ਹੈ। ਜਿਹੜੇ ਦੋ ਲਾਗਵੇਂ ਕੋਣ ਇੱਕੋ ਸਰਲ ਰੇਖਾ ਉੱਤੇ ਸਥਿਤ ਹੋਣ, ਉਹਨਾਂ ਨੂੰ ਕਹਿੰਦੇ ਆ ਜੀ ਰੇਖੀ ਜੋੜੇ ਦੇ ਕੋਣ, ਯਾਨੀ ਕਿ ਰੇਖੀ ਜੋੜਾ। ਠੀਕ ਹੈ, ਤੇ ਇਹਨਾਂ ਦੀ ਖਾਸ ਗੱਲ ਹੁੰਦੀ ਹੈ, ਇਹਨਾਂ ਦੋਹਾਂ ਕੋਣਾਂ ਦਾ ਜੋੜ, ਚਲੋ ਇਸ ਨੂੰ ਮੈਂ ਕਹਿ ਦਿੰਦਾ ਕੋਣ 1 ਤੇ ਇਸ ਨੂੰ ਕਹਿ ਦਿੰਦਾ ਮੈਂ ਕੋਣ 2, ਤਾਂ ਇਹਨਾਂ ਦੋਹਾਂ ਦਾ ਜੋੜ 180 ਡਿਗਰੀ ਹੁੰਦਾ ਹੈ ਹਮੇਸ਼ਾ। ਇਹ ਗੱਲ ਯਾਦ ਰੱਖਣੀ ਹੈ। ਜਿਹੜੇ ਦੋ ਕੋਣ ਲਾਗਵੇਂ ਹੋਣ, ਲਾਗਵੇਂ ਮਤਲਬ ਨਾਲ ਨਾਲ ਹੋਣ, ਇੱਕੋ ਸਿਖਰ ਸਾਂਝਾ, ਇੱਕ ਸਾਂਝਾ ਉਹਨਾਂ ਦਾ ਇੱਕੋ ਸਿਖਰ ਹੈ, ਇੱਕ ਸਾਂਝੀ ਭੁਜਾ ਹੈ, ਤੇ ਜਿਹੜੀਆਂ ਭੁਜਾਵਾਂ ਸਾਂਝੀਆਂ ਨਹੀਂ ਉਹ ਸਾਂਝੀ ਭੁਜਾ ਦੇ ਉਲਟ ਪਾਸੇ ਹੈ। ਤਾਂ ਹੇਠਾਂ ਉਹਨਾਂ ਦੇ ਇੱਕ ਸਿੱਧੀ ਰੇਖਾ ਹੈ, ਯਾਨੀ ਕਿ ਦੋਨੇ ਕੋਣ ਮਿਲ ਕੇ ਇੱਕੋ ਸਿੱਧੀ ਰੇਖਾ ਦੇ ਉੱਤੇ ਬਣੇ ਹੈ, ਤਾਂ ਉਹਨਾਂ ਦੋਹਾਂ ਦਾ ਜੋੜ ਹੁੰਦਾ 180 ਡਿਗਰੀ। ਇਹਨਾਂ ਨੂੰ ਕਹਿੰਦੇ ਆ ਜੀ ਰੇਖੀ ਜੋੜਾ, ਰੇਖੀ ਜੋੜੇ ਦੇ ਕੋਣ। ਪੰਜਵਾਂ, ਜਦੋਂ ਵੀ ਦੋ ਰੇਖਾਵਾਂ ਆਪਸ ਵਿੱਚ ਇੱਕ ਬਿੰਦੂ ਤੇ ਕੱਟ ਰਹੀਆਂ ਹੋਣ ਤਾਂ ਉਹਨਾਂ ਦੇ ਆਮੋ ਸਾਹਮਣੇ ਜਿਹੜੇ ਕੋਣ ਬਣਦੇ ਆ, ਜਿਵੇਂ ਦੇਖੋ ਕੋਣ 1 ਤੇ 2 ਇਹ ਬਣ ਗਏ, ਇਹ ਹਮੇਸ਼ਾ ਬਰਾਬਰ ਹੁੰਦੇ ਆ ਆਪਸ 'ਚ। ਇਹਨਾਂ ਨੂੰ ਕਹਿੰਦੇ ਆ ਜੀ ਸਿਖਰ ਸਨਮੁਖ ਕੋਣ। ਸਿਖਰ ਸਨਮੁਖ ਕੋਣ ਦੋ ਰੇਖਾਵਾਂ ਦੇ ਆਪਸ ਵਿੱਚ ਇੱਕ ਬਿੰਦੂ ਉੱਤੇ ਕੱਟਣ ਨਾਲ ਆਮੋ ਸਾਹਮਣੇ ਬਣੇ ਕੋਣ, ਤੇ ਇਹ ਬਰਾਬਰ ਹੁੰਦੇ ਹੈ। ਇਹ ਬਰਾਬਰ ਹੁੰਦੇ ਹਨ। ਦੇਖੋ ਜਿਵੇਂ ਕੋਣ 1 ਬਰਾਬਰ 2 ਹੋਏਗਾ, ਇਸੇ ਤਰੀਕੇ ਨਾਲ ਹੇਠਾਂ ਵਾਲੇ ਪਾਸੇ ਦੇਖੋ ਕੋਣ ਨੰਬਰ 3 ਤੇ ਕੋਣ ਨੰਬਰ 4 ਇਹ ਆਪਸ 'ਚ ਬਰਾਬਰ ਹੋਣਗੇ। ਜਿਹੜੇ ਦੋ ਕੋਣ ਆਪਸ 'ਚ ਬਰਾਬਰ ਹੈ ਉਹਨਾਂ ਲਈ ਮੈਂ ਸਿੰਗਲ ਕਰਵ ਰੇਖਾ ਆਰਕ ਯੂਜ਼ ਕੀਤੀ ਹੈ, ਚਾਪ ਯੂਜ਼ ਕੀਤੀ ਹੈ। 3 ਤੇ 4 ਆਪਸ 'ਚ ਬਰਾਬਰ ਹੈ, ਉਹਨਾਂ ਲਈ ਮੈਂ ਕਰਵ ਡਬਲ ਕਰ ਦਿੱਤੀ ਹੈ ਜੀ, ਚਾਪ ਡਬਲ ਕਰ ਦਿੱਤੀ ਹੈ, ਯਾਨੀ ਕਿ ਕੋਣ 3 ਤੇ 4 ਬਰਾਬਰ ਹੈ। ਹੁਣ ਇੱਕ ਬੜੀ ਮਜ਼ੇਦਾਰ ਗੱਲ ਹੈ, ਇਹਨਾਂ ਕੋਣਾਂ ਦੀ ਪਛਾਣ ਦੇਖੋ। ਇਸ 'ਚ ਅੰਗਰੇਜ਼ੀ ਦਾ ਅੱਖਰ ਵੱਡਾ x ਨਹੀਂ ਵਰਤਿਆ ਜਾ ਰਿਹਾ, x ਇੱਥੇ ਮੈਂ ਯਾਦ ਕਰਨ ਲਈ ਲਿਖਦਾ
ਅੰਗਰੇਜ਼ੀ ਦਾ ਵੱਡਾ ਅੱਖਰ X, ਇਹ ਇਹਦੀ ਪਛਾਣ ਹੋਗੀ। ਤੁਹਾਨੂੰ ਯਾਦ ਰੱਖਣਾ ਸੌਖਾ ਹੋ ਜੂ ਅਤੇ ਵਧੀਆ ਗੱਲ ਹੈ ਜੇ ਇੱਥੇ ਤੁਸੀਂ 2 ਚਾਪਾਂ ਲਗਾ ਦਿਓ, ਯਾਨੀ ਕਿ ਅੰਗਰੇਜ਼ੀ ਦਾ ਵੱਡੇ ਅੱਖਰ X ਤੋਂ ਤੁਹਾਨੂੰ ਸਿਖਰ ਸਰਮੁਖ ਕੋਣਾਂ ਦੀ ਪਛਾਣ ਹੋ ਜੂਗੀ। ਇਸੇ ਤਰੀਕੇ ਨਾਲ ਜਿਹੜਾ ਰੇਖੀ ਜੋੜਾ ਹੈ, ਆਹ ਨੋਟ ਕਰੋ, T ਨਹੀਂ ਬਣ ਰਿਹਾ, T। ਜ਼ਰੂਰੀ ਨਹੀਂ ਕਿ ਰੇਖੀ ਜੋੜਾ ਉੱਪਰ ਵਾਲੇ ਪਾਸੇ ਬਣੇ, ਇਹ ਇੱਦਾਂ ਵੀ ਬਣ ਸਕਦੇ ਆ ਕੋਣ, ਇਸ ਤਰੀਕੇ ਨਾਲ ਵੀ ਕੋਣ ਬਣ ਸਕਦੇ ਆ, ਹੋ ਸਕਦਾ ਹੈ ਇਸ ਤਰੀਕੇ ਦੇ ਕੋਣ ਹੋਣ, ਜਿਸ ਤਰ੍ਹਾਂ ਮਰਜ਼ੀ ਬਣ ਸਕਦੇ ਆ। ਮੈਨੂੰ ਇਹ ਅੰਗਰੇਜ਼ੀ ਦੇ ਅੱਖਰ T ਦਾ ਭੁਲੇਖਾ ਪਾ ਰਹੇ ਆ, ਤਾਂ ਇਹਨਾਂ ਨੂੰ ਯਾਦ ਰੱਖਣ ਲਈ ਆਪਾਂ ਆਪਣੇ ਮਨ ਦੇ ਵਿੱਚ ਅੰਗਰੇਜ਼ੀ ਦਾ ਵੱਡਾ ਅੱਖਰ T ਸੋਚ ਲੈਂਦੇ ਹਾਂ। T ਦੇ ਨਾਲ ਇੱਥੇ 2 ਚਾਪਾਂ ਲਗਾ ਦਿੰਦੇ ਹਾਂ, ਠੀਕ ਹੈ। ਤੁਹਾਨੂੰ ਯਾਦ ਰੱਖਣਾ ਸੌਖਾ ਹੋ ਜਾਏਗਾ ਇਸ ਤਰੀਕੇ ਨਾਲ। ਆਓ ਅੱਗੇ ਹੋਰ ਦੇਖੀਏ। ਹੁਣ ਅਗਲਾ ਹਿੱਸਾ ਜੀ ਸੰਗਤ ਕੋਣ। ਮੰਨ ਲਓ L ਤੇ M 2 ਰੇਖਾਵਾਂ ਹੈ, N ਇੱਕ ਕਾਟਵੀਂ ਰੇਖਾ ਹੈ ਜੋ ਇਹਨਾਂ ਨੂੰ 2 ਵੱਖ-ਵੱਖ ਬਿੰਦੂਆਂ A ਅਤੇ B ਉੱਤੇ ਕੱਟ ਰਹੀ ਹੈ। ਤਾਂ ਜਿਹੜੇ ਕੋਣ ਕਾਟਵੀਂ ਰੇਖਾ ਦੇ ਕੱਟਣ ਨਾਲ ਇੱਕੋ ਪਾਸੇ ਬਣਨ, ਇੱਕ ਕੋਣ ਤਾਂ ਦੋਹੇ ਰੇਖਾਵਾਂ L ਤੇ M ਦੇ ਅੰਦਰਲੇ ਪਾਸੇ ਬਣਿਆ ਹੋਵੇ, ਦੂਸਰਾ ਕੋਣ ਬਾਹਰਲੇ ਪਾਸੇ ਬਣਿਆ ਹੋਵੇ। ਨੋਟ ਕਰੋ, ਕਾਟਵੀਂ ਰੇਖਾ N ਹੈ, ਦੋਹੇ ਕੋਣ ਉਹਦੇ ਨਾਲ ਲੱਗਦੇ ਆ, ਇੱਕ ਕੋਣ ਦੋਹੇ ਰੇਖਾਵਾਂ L ਤੇ M ਵਿੱਚੋਂ ਇੱਕ ਰੇਖਾ L ਦੇ ਨਾਲ ਵੀ ਲੱਗਦਾ ਹੈ, ਦੂਸਰਾ ਕੋਣ, ਪਰ ਇਹ ਅੰਦਰ ਹੈ, ਦੂਸਰਾ ਕੋਣ ਹੈ ਜਿਹੜਾ ਉਹ ਰੇਖਾ M ਦੇ ਨਾਲ ਬਾਹਰਲੇ ਪਾਸੇ ਲੱਗ ਰਿਹਾ। ਤਾਂ ਅਜਿਹੇ ਕੋਣਾਂ ਨੂੰ ਕਿਹਾ ਜਾਂਦਾ ਜੀ ਸੰਗਤ ਕੋਣ। ਲਿਖ ਦਿੰਦਾ ਮੈਂ ਇੱਥੇ, L ਤੇ M 2 ਰੇਖਾਵਾਂ ਨੂੰ ਕਾਟਵੀਂ ਰੇਖਾ N ਕੱਟ ਰਹੀ ਹੈ, ਤਾਂ ਇੱਥੇ ਕੋਣ 1 ਤੇ 2 ਸੰਗਤ ਕੋਣ ਹੋਣਗੇ। ਹੁਣ ਇੱਥੇ ਨਾ ਗੱਲ ਯਾਦ ਰੱਖਣ ਵਾਲੀ ਹੈ, ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਦੀ ਜਿਹੜੀ ਸ਼ਕਲ ਹੈ, ਜੇ ਧਿਆਨ ਨਾਲ ਦੇਖੋ, ਇਹ ਅੰਗਰੇਜ਼ੀ ਦੇ ਅੱਖਰ F ਵਰਗੇ ਨਹੀਂ ਲੱਗ ਰਹੀ, ਯਾਨੀ ਕਿ ਤੁਸੀਂ ਇੱਥੇ ਅੰਗਰੇਜ਼ੀ ਦਾ ਅੱਖਰ F ਯਾਦ ਰੱਖ ਲੈਣਾ ਆਪਣੀ ਸਹੂਲਤ ਦੇ ਲਈ। ਲੱਗ ਰਹੀ ਹੈ ਨਾ F ਵਰਗੀ ਸ਼ਕਲ, ਦੇਖੋ ਆ F ਬਣ ਰਿਹਾ ਹੈ। ਇੱਕ ਗੱਲ ਹੋਰ ਯਾਦ ਰੱਖਿਓ, ਜੇ ਦੋਨੇ ਰੇਖਾਵਾਂ ਸਮਾਂਤਰ ਹੋ ਗਈਆਂ, ਯਾਨੀ ਕਿ L ਤੇ M ਸਮਾਂਤਰ ਹੋ ਗਈਆਂ ਤੇ N ਕਾਟਵੀਂ ਰੇਖਾ ਹੈ, ਤਾਂ ਇਹ ਜਿਹੜੇ ਕੋਣ ਹੈਗੇ ਆ 1 ਤੇ 2 ਇਹ ਬਰਾਬਰ ਹੋ ਜਾਣਗੇ। ਮੈਂ ਲਿਖਣ ਲੱਗਾ ਇੱਥੇ L ਸਮਾਂਤਰ M ਹੈ ਤੇ N ਕਾਟਵੀਂ ਰੇਖਾ ਹੈ, ਤਾਂ ਇਸ ਕਰਕੇ ਜਿਹੜਾ ਕੋਣ 1 ਤੇ 2 ਬਰਾਬਰ ਹੋਣਗੇ ਸੰਗਤ ਕੋਣ। ਇਹਦਾ ਮਤਲਬ ਜੇ ਰੇਖਾਵਾਂ ਸਮਾਂਤਰ ਹੋਣ ਤਾਂ ਕੋਣ ਬਰਾਬਰ ਹੋਣਗੇ, ਜੇ ਸਮਾਂਤਰ ਨਾ ਹੋਣ ਤਾਂ ਕੋਣ ਬਰਾਬਰ ਨਹੀਂ ਹੋਣਗੇ। ਇਸੇ ਤਰੀਕੇ ਨਾਲ ਜੇ ਸੰਗਤ ਕੋਣ ਬਰਾਬਰ ਹੋ ਗਏ ਤਾਂ ਰੇਖਾਵਾਂ ਵੀ ਸਮਾਂਤਰ ਹੋ ਜਾਣਗੀਆਂ, ਉਹ ਵੀ ਲਿਖ ਦਿੰਦਾ ਮੈਂ। ਇਸੇ ਤਰ੍ਹਾਂ ਜੇ ਸੰਗਤ ਕੋਣਾਂ ਦਾ ਜੋੜਾ ਕੋਣ 1 ਤੇ 2 ਬਰਾਬਰ ਹੋ ਗਿਆ ਤਾਂ L ਸਮਾਂਤਰ M ਹੋਵੇਗੀ, ਤਾਂ ਦੋਵੇਂ ਰੇਖਾਵਾਂ ਵੀ ਸਮਾਂਤਰ ਹੋ ਜਾਣਗੀਆਂ। ਹੁਣ ਇੱਥੇ ਨੋਟ ਕਰਨ ਵਾਲੀ ਗੱਲ ਹੈ, ਜ਼ਰੂਰੀ ਨਹੀਂ ਹਮੇਸ਼ਾ ਤੁਹਾਨੂੰ ਇਹਨਾਂ ਦੀ ਸ਼ਕਲ ਇਸ ਤਰ੍ਹਾਂ ਨਜ਼ਰ ਆਵੇ, ਕੋਣ ਇੱਧਰਲੇ ਪਾਸੇ ਵੀ ਬਣ ਸਕਦੇ ਹੈ, ਇਸ ਤਰੀਕੇ ਨਾਲ ਇੱਕ ਕੋਣ ਬਾਹਰ ਉੱਪਰਲੇ ਪਾਸੇ, ਇੱਕ ਕੋਣ ਅੰਦਰ ਵੀ ਬਣ ਸਕਦਾ ਹੈ, ਇੱਕ ਕੋਣ ਉੱਪਰ ਤੇ ਇੱਕ ਕੋਣ ਅੰਦਰ ਵੀ ਬਣ ਸਕਦਾ ਹੈ। ਇਹ ਸਥਿਤੀਆਂ ਤੁਹਾਨੂੰ ਯਾਦ ਰੱਖਣੀਆਂ ਪੈਣਗੀਆਂ। ਬਸ ਅੰਗਰੇਜ਼ੀ ਦਾ ਅੱਖਰ F ਧਿਆਨ ਦੇ ਵਿੱਚ ਰੱਖਣਾ ਹੈ। ਇੱਥੇ ਦੇਖੋ F ਉਲਟਾ ਬਣ ਰਿਹਾ, ਆਹ ਉਲਟਾ ਬਣ ਰਿਹਾ F। ਇਸ ਕੇਸ 'ਚ ਵੀ ਦੇਖੋ F ਉਲਟਾ ਬਣ ਰਿਹਾ। ਆਓ ਅਗਲਾ ਕਰੀਏ 7ਵਾਂ। ਕਾਟਵੀਂ ਰੇਖਾ ਨਾਲ ਬਣੇ ਇੱਕੋ ਪਾਸੇ ਦੇ ਅੰਦਰਲੇ ਕੋਣ। ਦੇਖੋ L ਤੇ M ਅਸੀਂ 2 ਰੇਖਾਵਾਂ ਲੈ ਲਈਆਂ, ਇਹਨਾਂ ਨੂੰ ਇੱਕ ਕਾਟਵੀਂ ਰੇਖਾ N ਕੱਟ ਰਹੀ ਹੈ, ਤਾਂ ਕਾਟਵੀਂ ਰੇਖਾ N ਦੇ ਨਾਲ ਦੋਹੇ ਰੇਖਾਵਾਂ ਦੇ ਨਾਲ ਲੱਗਵੇਂ ਅੰਦਰਲੇ ਪਾਸੇ ਜਿਹੜੇ ਕੋਣ ਇੱਕੋ ਪਾਸੇ ਬਣੇ ਹੋਣ ਉਹਨਾਂ ਨੂੰ ਕਹਿੰਦੇ ਆ ਕਾਟਵੀਂ ਰੇਖਾ ਨਾਲ ਬਣੇ ਇੱਕੋ ਪਾਸੇ ਦੇ ਅੰਦਰਲੇ ਕੋਣ। ਇੱਥੇ ਲਿਖ ਦਿੰਦਾ
कि कोण 1 ते 2 काटवीं रेखा नाल बने इक्को पासे दे अंदरले कोण हन। कोण 1 ते कोण 2 काटवीं रेखा नाल इक्को पासे बने अंदरूनी कोण हन। तुसीं एक गल होर नोट करो, ये तुहानूं अंग्रेजी दे अखर सी का भुलेखा नहीं पाते, सी का पा रहे हैं ना भुलेखा, तो आह चीज़ याद रख लियो, तुहानूं इहदा फायदा हो जाएगा। हुण एक गल होर ध्यान च रखण वाली है कि जे दो रेखावां एल ते एम समांतर हो जांदियां फिर इन्हां कोणां दे नाल की नतीजा निकलना सी। कोण 1 ते कोण 2 कह लो, वो भी मैं लिखण लगा। एल समांतर एम है ते एन काटवीं रेखा है, तो इस करके जिहड़ा कोण 1 है तो 2 का जोड़ हो जाएगा जी 180 डिग्री। याद रख लेना, जे रेखावां समांतर हो गई तो काटवीं रेखा नाल इक्को पासे बने अंदरले कोणां का जोड़ 180 डिग्री हो जाएगा। इहदा उल्टा भी सही है, जे काटवीं रेखा के इक्को पासे बने अंदरले कोणां का जोड़ 180 हो जाए तो रेखावां समांतर होंदियां, वो भी लिख देना मैं। इस तरह जे काटवीं रेखा दे इक्को पासे बने अंदरूनी कोणां का जोड़ 180 डिग्री है तो रेखा एल ते एम समांतर होणगियां। हुण एक गल होर ध्यान च रखियो, जरूरी नहीं इन्हां दी शक्ल इस तरह बने, कोण इस तरीके नाल भी बन सकदे है, इधरले पासे इस तरीके दे भी हो सकदे है और इस तरीके दे भी हो सकदी है। बस याद रखो इस केस दे विच की हो रहा जी, सी उल्टी बन रही है और इस केस दे विच सी सीधी बन रही है। बस अंग्रेजी का अखर सी इत्थे लिख देना, अंग्रेजी का वड्डा अखर सी, तुहानूं याद रखना सौखा हो जाएगा। तो इस केस च की सी जी साडे कोले संगत कोण दे केस च अंग्रेजी का वड्डा अखर एफ, ये तुहानूं याद रखने च सहूलत देगा। आओ इहदा अगला भाग सीखिए। हुण साडे कोल है जी एकांतर कोण, ते नोट का नंबर पाने जी आपां 8वां। एकांतर कोण ये दो हिस्सों च वंडे होंदे है। पहला हिस्सा एकांतर अंदरले कोण ते दूसरा हिस्सा एकांतर बाहरले कोण। ध्यान रखना इन्हां दोहां च, एकांतर अंदरले कोण ते एकांतर बाहरले कोण। चलो पहला एकांतर अंदरले कोणां बारे मैं गल करदा। कोई भी दो रेखावां जा रही जी एल ते एम, एक काटवीं रेखा इन्हां नूं एन कट रही है, तो जिहड़े कोण इस काटवीं रेखा दे नाल उहदे उल्ट पासे बन जाण दोहें रेखावां दे अंदर ते काटवीं रेखा दे नाल उल्ट पासे बन जाण, इन्हां नूं कहंदे जी एकांतर अंदरले कोण। इत्थे मैं लिख दिना एल ते एम नूं काटवीं रेखा एन कट रही है। इत्थे ध्यान दिओ कोण 1 ते 2 काटवीं रेखा दे नाल नाल बने हैं ते बाकी दो रेखावां दे अंदर बने हैं, तो इस करके इन्हां नूं कहंदे है एकांतर अंदरले कोण। तो कोण 1 ते कोण 2 एकांतर अंदरले कोण हन। हुण इत्थे बड़ा मज़ेदार रिजल्ट याद रखने वाला है, जे रेखा एल ते एम समांतर हो गई, एल समांतर एम है तो एन काटवीं रेखा है, तो उस केस च की होएगा, ये दोने कोण आपस च बराबर हो जाएंगे।
ਦੋਨੇ ਕੋਣ ਇਕਾਂਤਰ ਅੰਦਰਲੇ ਕੋਣ। ਹੁਣ ਇੱਥੇ ਨੋਟ ਕਰੋ, ਇੱਥੇ ਮੈਨੂੰ ਅੰਗਰੇਜ਼ੀ ਦਾ ਵੱਡਾ ਅੱਖਰ Z ਨਹੀਂ ਨਜ਼ਰ ਆ ਰਿਹਾ। Z ਦੇਖੋ, Z ਬਣ ਰਿਹਾ ਨਾ ਇਸ ਤਰ੍ਹਾਂ, ਤਾਂ ਇੱਥੇ ਲਿਖ ਦਿਓ ਜਿਹੜਾ ਤੁਹਾਨੂੰ ਯਾਦ ਰੱਖਣ 'ਚ ਸਹੂਲੀਅਤ ਦੇਗਾ। ਅੰਗਰੇਜ਼ੀ ਦਾ ਵੱਡਾ ਅੱਖਰ Z। ਅੱਛਾ ਹੋਰ ਦੇਖੋ, Z ਤੁਸੀਂ ਇਸ ਤਰ੍ਹਾਂ ਲਿਖਦੇ ਹੋ, ਜੇ ਇਹਨੂੰ ਥੋੜ੍ਹਾ ਜਿਹਾ ਮੂਵ ਕਰਦੇ ਹੋ ਤੇ ਇੱਥੇ ਆ ਪਾ ਦਿਓ, ਇਹ ED ਨਹੀਂ ਬਣ ਰਿਹਾ। ED ਮਤਲਬ ਇਕਾਂਤਰ, ਤਾਂ ਇਹਨੂੰ ਇੱਦਾਂ ਵੀ ਯਾਦ ਰੱਖ ਸਕਦੇ ਹੋ। ਚਲੋ ਜੀ, ਇਹ ਚੀਜ਼ ਵੀ ਹੋ ਗਈ। ਹੁਣ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ, ਮੰਨ ਲਵੋ ਜੇ ਕੋਣ 1 ਤੇ 2 ਬਰਾਬਰ ਹੋ ਗਏ ਤੇ ਇਹ ਇਕਾਂਤਰ ਅੰਦਰਲੇ ਕੋਣਾਂ ਦਾ ਜੋੜਾ ਹੈ, ਤਾਂ ਇਸ ਕੇਸ 'ਚ ਕੀ ਹੋਊਗਾ, L ਸਮਾਂਤਰ M ਹੋਵੇਗੀ, ਰੇਖਾ L ਵੀ M ਦੇ ਸਮਾਂਤਰ ਹੋ ਜਾਵੇਗੀ। ਹੁਣ ਜ਼ਰੂਰੀ ਨਹੀਂ ਕਿ ਇਕਾਂਤਰ ਅੰਦਰਲੇ ਕੋਣ ਤੁਸੀਂ ਇੱਧਰ ਹੀ ਬਣਾਉਣੇ ਹੈ, ਇਸ ਤਰੀਕੇ ਨਾਲ ਵੀ ਬਣ ਸਕਦੇ ਹੈ, ਕੋਣ ਇੱਧਰ ਤੇ ਕੋਣ ਇੱਧਰ। ਬਸ ਤੁਹਾਨੂੰ Z ਦਾ ਧਿਆਨ ਰੱਖਣਾ ਪਵੇਗਾ, Z ਕਿਸ ਤਰ੍ਹਾਂ ਬਣ ਰਹੀ ਹੈ ਇਸ ਤਰੀਕੇ ਨਾਲ। ਇਸ ਕੇਸ 'ਚ Z ਇਸ ਤਰ੍ਹਾਂ ਬਣ ਰਹੀ ਸੀ। ਹੁਣ ਜਿਹੜੀ ਸਭ ਤੋਂ ਮੇਨ ਗੱਲ ਕੀ ਹੈ ਜੀ, ਕਿ ਇਕਾਂਤਰ ਅੰਦਰਲੇ ਕੋਣਾਂ ਦੇ ਵਿੱਚ ਕੋਣ ਕਾਟਵੀਂ ਰੇਖਾ ਦੇ ਨਾਲ ਨਾਲ ਬਣ ਰਹੇ ਹੁੰਦੇ ਆ ਤੇ ਨਾਲ ਹੀ ਦੋਨੇ ਰੇਖਾਵਾਂ ਦੇ ਅੰਦਰ ਬਣ ਰਹੇ ਹੁੰਦੇ ਆ, ਇਸ ਕਰਕੇ ਇਹਨਾਂ ਨੂੰ ਕਹਿੰਦੇ ਆ ਇਕਾਂਤਰ ਅੰਦਰਲੇ ਕੋਣ। ਇਸੇ ਤਰੀਕੇ ਨਾਲ ਇਕਾਂਤਰ ਕੋਣਾਂ ਦਾ B ਪਾਰਟ ਹੈ ਇਕਾਂਤਰ ਬਾਹਰਲੇ ਕੋਣ। ਇਹ ਹਿੱਸਾ ਅਸੀਂ ਬਹੁਤ ਘੱਟ ਵਰਤੋਂ 'ਚ ਲਿਆਉਂਦੇ ਹਾਂ। ਇਸ 'ਚ ਕੀ ਹੁੰਦਾ ਜੀ, ਦੇਖੋ ਦੋ ਰੇਖਾਵਾਂ L ਤੇ M ਹੈ। ਇਸੇ ਤਰੀਕੇ ਦੀ ਮੈਂ ਉਦਾਹਰਨ ਪਾ ਰਿਹਾ, ਕੋਣ 1 ਦੇ ਸਾਹਮਣੇ ਸਿਖਰ ਸਨਮੁਖ ਕੋਣ ਕਿਹੜਾ ਹੋਏਗਾ ਜੀ, ਇਹ ਵਾਲਾ। ਤਾਂ ਇਹਦੇ ਸਾਹਮਣੇ ਆਹ ਕੋਣ 1 ਲੈ ਲਓ। ਕੋਣ 2 ਦੇ ਸਾਹਮਣੇ ਸਿਖਰ ਸਨਮੁਖ ਕੋਣ ਇੱਧਰ ਦੇ ਵਿੱਚ ਆਹ ਹੋਏਗਾ ਜੀ, ਤਾਂ ਇਹ ਇਕਾਂਤਰ ਬਾਹਰਲੇ ਕੋਣ ਹੈ ਜੀ। ਕੋਣ 1 ਤੇ ਕੋਣ 2 ਇਕਾਂਤਰ ਬਾਹਰਲੇ ਕੋਣਾਂ ਦਾ ਜੋੜਾ ਹੈ। ਇਹਨਾਂ ਲਈ ਤੁਹਾਨੂੰ ਬਹੁਤਾ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਹੁਣ ਇੱਥੇ ਨੋਟ ਕਰੋ, ਰੇਖਾਵਾਂ L ਤੇ M ਭਾਵੇਂ ਸਮਾਂਤਰ ਹੋਣ ਭਾਵੇਂ ਨਾ ਹੋਣ, ਇਹ ਰਹੇਗਾ ਇਕਾਂਤਰ ਕੋਣਾਂ ਦਾ ਜੋੜਾ। ਜੇ ਰੇਖਾ ਇਕਾਂਤਰ ਬਾਹਰਲੇ ਕੋਣਾਂ ਦਾ ਜੋੜਾ, ਪਰ ਜੇ ਰੇਖਾਵਾਂ ਸਮਾਂਤਰ ਹੋ ਗਈਆਂ ਤਾਂ ਇਹ ਕੋਣ ਬਰਾਬਰ ਹੋ ਜਾਣਗੇ। ਲਓ ਉਹ ਕੰਡੀਸ਼ਨ ਵੀ ਮੈਂ ਲਿਖ ਦਿੰਦਾ, L ਤੇ M N ਉਹਨਾਂ ਨੂੰ ਕਾਟਵੀਂ ਰੇਖਾ ਇੱਕ ਕੱਟ ਰਹੀ ਹੈ, L ਸਮਾਂਤਰ M ਹੈ ਤੇ N ਕਾਟਵੀਂ ਰੇਖਾ ਹੈ, ਤਾਂ ਇਸ ਕਰਕੇ ਕੋਣ 1 ਬਰਾਬਰ ਕੋਣ 2 ਹੋਵੇਗਾ। ਇਹ ਹੈ ਜੀ ਇਕਾਂਤਰ ਬਾਹਰੀ ਕੋਣਾਂ ਦਾ ਜੋੜਾ। ਹੁਣ ਗੱਲ ਯਾਦ ਰੱਖਣੀ ਹੈ, ਜੇ ਰੇਖਾਵਾਂ ਸਮਾਂਤਰ ਹੈ ਤਾਂ ਕੋਣ ਬਰਾਬਰ ਹੋਣਗੇ, ਜੇ ਰੇਖਾਵਾਂ ਸਮਾਂਤਰ ਨਹੀਂ ਤਾਂ ਕੋਣ ਬਰਾਬਰ ਨਹੀਂ ਹੋਣਗੇ। ਇਹਦਾ ਉਲਟਾ ਵੀ ਉਨਾ ਸਹੀ ਹੈ, ਮਤਲਬ ਜੇ ਇਕਾਂਤਰ ਬਾਹਰੀ ਕੋਣਾਂ ਦਾ ਜੋੜਾ ਕੋਣ 1 ਤੇ 2 ਬਰਾਬਰ ਹੈ ਤਾਂ L ਸਮਾਂਤਰ M ਹੋਵੇਗੀ। ਯਾਨੀ ਕਿ ਜੇ ਕੋਣ ਬਰਾਬਰ ਆ ਜਾਣ ਤਾਂ ਰੇਖਾਵਾਂ ਸਮਾਂਤਰ ਹੋ ਜਾਣਗੀਆਂ। ਹੁਣ ਇਹ ਜ਼ਰੂਰੀ ਨਹੀਂ ਕਿ ਕੋਣ ਤੁਸੀਂ ਇਸ ਤਰੀਕੇ ਨਾਲ ਹੀ ਬਣਾਉਣੇ ਹੈ, ਇਹ ਕੋਣ ਇਸ ਤਰ੍ਹਾਂ ਵੀ ਬਣ ਸਕਦਾ ਹੈ, ਇੱਕ ਇੱਧਰਲੇ ਪਾਸੇ ਉੱਪਰ ਤੇ ਇੱਕ ਇੱਧਰਲੇ ਪਾਸੇ ਹੇਠਾਂ ਵਾਲੇ ਪਾਸੇ। ਰੇਖਾ ਇੱਧਰ ਵੀ ਆਪਾਂ ਲਿਖ ਸਕਦੇ ਹਾਂ, ਇੱਕ ਕੋਣ ਉੱਪਰਲੇ ਪਾਸੇ ਇੱਕ ਕੋਣ ਇੱਧਰ, 2 ਹੇਠਲੇ ਪਾਸੇ। ਇਸੇ ਤਰੀਕੇ ਨਾਲ ਇੱਧਰ ਕੋਣ 1 ਤੇ ਕੋਣ 2 ਇੱਧਰਲੇ ਪਾਸੇ। ਤਾਂ ਇਕਾਂਤਰ ਬਾਹਰਲੇ ਕੋਣ ਨੂੰ ਯਾਦ ਰੱਖਣ ਦੀ ਬਹੁਤੀ ਜ਼ਰੂਰਤ ਨਹੀਂ ਹੈ ਤੁਹਾਨੂੰ। ਤਾਂ ਹੁਣ ਇੱਕ ਗੱਲ ਤੁਸੀਂ ਨੋਟ ਕਰੋ, ਨਾਲ ਨਾਲ ਸਾਨੂੰ ਸਮਾਂਤਰ ਰੇਖਾਵਾਂ ਬਾਰੇ ਵੀ ਪਤਾ ਲੱਗਦਾ ਜਾ ਰਿਹਾ। ਮੰਨ ਲਓ ਤੁਹਾਨੂੰ ਪੇਪਰ 'ਚ ਪ੍ਰਸ਼ਨ ਪੈ ਜਾਏ ਕਿ ਦੱਸੋ ਰੇਖਾਵਾਂ ਦਾ ਇਹ ਜੋੜਾ ਸਮਾਂਤਰ ਹੈ ਜਾਂ ਨਹੀਂ, ਤਾਂ ਤੁਹਾਡੇ ਕੋਲ ਸਿਰਫ 3 ਆਪਸ਼ਨ ਹੈ। ਪਹਿਲਾ ਆਪਸ਼ਨ ਹੈ ਤੁਸੀਂ ਚੈੱਕ ਕਰਨਾ ਸੰਗਤ ਕੋਣ, ਕੀ ਸੰਗਤ ਕੋਣ ਬਰਾਬਰ ਬਣ ਰਹੀ ਹੈ। ਜੇ ਬਰਾਬਰ ਬਣ ਰਹੀ ਹੈ ਸੰਗਤ ਕੋਣ ਤਾਂ ਰੇਖਾਵਾਂ ਸਮਾਂਤਰ ਹੋਣਗੀਆਂ। ਦੂਸਰੇ ਨੰਬਰ 'ਤੇ ਕੀ ਕਾਟਵੀਂ ਰੇਖਾ ਦੇ ਇੱਕੋ ਪਾਸੇ ਬਣੇ
ਅੰਦਰਲੇ ਦੋਹੇ ਕੋਣਾਂ ਦਾ ਜੋੜ 180 ਡਿਗਰੀ ਹੈ, ਯਾਨੀ ਕਿ C ਚੈੱਕ ਕਰ ਰਹੇ ਹੋ ਤੁਸੀਂ, C ਜੇ ਜੋੜ 180 ਡਿਗਰੀ ਹੈ ਤਾਂ ਰੇਖਾਵਾਂ ਸਮਾਂਤਰ ਹੋਣਗੀਆਂ। ਤੀਸਰਾ ਆਪਸ਼ਨ ਤੁਹਾਡੇ ਕੋਲੇ ਆ ਗਿਆ ਜੀ ਇਕਾਂਤਰ ਕੋਣਾਂ ਦਾ, ਕਿ ਜੇ ਕੋਣਾਂ ਦਾ ਜੋੜਾ ਤਾਂ ਇਕਾਂਤਰ ਬਣ ਰਿਹਾ, ਯਾਨੀ ਕਿ ਅੰਗਰੇਜ਼ੀ ਦਾ ਅੱਖਰ Z ਬਣ ਰਿਹਾ, ਤੇ ਜੇ ਦੋਹੇ ਕੋਣ ਬਰਾਬਰ ਹੈ ਤਾਂ ਕੀ ਹੈ ਜੀ, ਰੇਖਾਵਾਂ ਸਮਾਂਤਰ ਹੋਣਗੀਆਂ, ਨਹੀਂ ਤਾਂ ਨਹੀਂ ਹੋਣਗੀਆਂ। ਯਾਨੀ ਕਿ ਆਪਾਂ 3 ਤਰੀਕੇ ਨਾਲ ਸਮਾਂਤਰ ਰੇਖਾਵਾਂ ਦੀ ਪਛਾਣ ਦਾ ਪਤਾ ਕਰ ਸਕਦੇ ਹਾਂ। ਸੰਗਤ ਕੋਣਾਂ ਦਾ ਜੋੜਾ ਲੱਭ ਕੇ, ਇਕਾਂਤਰ ਅੰਦਰਲੇ ਕੋਣਾਂ ਦਾ ਜੋੜਾ ਲੱਭ ਕੇ। ਇਕਾਂਤਰ ਬਾਹਰਲੇ ਕੋਣਾਂ ਦਾ ਜੋੜਾ ਅਸੀਂ ਬਹੁਤ ਘੱਟ ਵਰਤਦੇ ਹਾਂ। ਤੇ ਕਾਟਵੀ ਰੇਖਾ ਦੇ ਇੱਕੋ ਪਾਸੇ ਬਣੇ ਅੰਦਰਲੇ ਕੋਣ, ਯਾਨੀ ਕਿ 3 ਅੰਗਰੇਜ਼ੀ ਦੇ ਅੱਖਰ ਯਾਦ ਰੱਖਣੇ ਆ, F, C ਤੇ Z। ਇਹਨਾਂ ਤਿੰਨਾਂ ਦੀ ਵਰਤੋਂ ਨਾਲ ਅਸੀਂ ਸਮਾਂਤਰ ਰੇਖਾਵਾਂ ਦਾ ਪਤਾ ਕਰ ਸਕਦੇ ਹਾਂ।